ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਬਿਰਲੋ ਬਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਸਥਾਨ ਮਹਿਮਾਮਈ ਅਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਬਾਰਗਾਹ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਪਿਆਰੇ ਸਤਸੰਗੀ ਜਨੋ, ਆਪ ਜੀ ਸਰਬੱਤ ਧਨਤਾ ਦੇ ਯੋਗ ਹੋ। ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਚ ਬੈਠ ਕਰਕੇ ਗੁਰੂ ਕੇ ਸਤਿਕਾਰਯੋਗ ਨਵਾਜੀ ਕੀਰਤਨੀਆਂ ਦੇ ਪਾਸੋਂ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਇਸ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਚੱਲ ਰਹੇ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਕਥਾ ਦਾ। ਆਓ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ 'ਚ ਬੈਠ ਕਰਕੇ ਕੁਝ ਸਮਾਂ ਜੋ ਅੱਜ ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਜੋ ਪਾਵਨ ਸ਼ਬਦ ਦੀ ਵਿਚਾਰ ਕਥਾ ਹੋਣੀ ਹੈ, ਉਸ ਦਾ ਮੂਲ ਪਾਠ ਆਪ ਜੀਆਂ ਨੇ ਸਤਿਕਾਰਯੋਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਉਸ ਪਾਵਨ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ 'ਚ ਬੈਠ ਕਰਕੇ ਹਾਜ਼ਰੀ ਲਵਾਈਏ। ਅਦਬ ਸਹਿਤ, ਸਤਿਕਾਰ ਸਹਿਤ, ਪਿਆਰ ਸਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਜਗਤ ਦੇ ਮਾਲਕ ਸਤਿਗੁਰੂ, ਜਗਤ ਤਾਰਕ ਸਤਿਗੁਰੂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਗੌੜੀ ਰਾਗ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 226 ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰ ਸਕੀਏ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ
ਇਸ ਪਾਵਨ ਸ਼ਬਦ 'ਚ ਸਮਝਾਉਂਦੇ ਨੇ ਰਹਾਉ ਵਾਲੀਆਂ ਪੰਗਤੀਆਂ। ਤੂੰ ਮਨ ਹਰ ਜੀਓ, ਤੂੰ ਮਨ ਸੂਖ, ਨਾਮ ਵਿਸਾਰ ਸਹਿ ਜਮ ਦੂਖ। हे ਮੇਰੇ ਮਨ, ਜੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨਾਮ ਨੂੰ ਸੰਬੋਧਨ ਕਰਕੇ ਹੈ। ਹਰ ਸ਼ਬਦ 'ਚੋਂ, ਹਰ ਪੰਕਤੀ 'ਚੋਂ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਿਸ ਤਰ੍ਹਾਂ ਕਰਨੀ ਹੈ, ਪਰਮਾਤਮਾ ਦੀ ਨਾਮ ਦੀ ਸਿਫਤ ਸਲਾਹ ਕੀਤਿਆਂ ਜੀਵਨ 'ਚ ਕੀ ਮਿਲਣਾ ਹੈ, ਪਰਮਾਤਮਾ ਦੀ ਸਿਫਤ ਸਲਾਹ ਵਿਸਾਰਿਆਂ ਕੀ ਦੁੱਖ ਸਹਿਣੇ ਪੈਣੇ ਆ, ਇਹ ਬੜੇ ਹੀ ਵਿਸਥਾਰ ਦੇ ਨਾਲ ਸਤਿਗੁਰੂ ਸਮਝਾਉਂਦੇ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਨ ਨੂੰ ਸੰਬੋਧਨ ਕਰਕੇ, ਸਤਿਗੁਰੂ ਮਨ ਨੂੰ ਸੰਬੋਧਨ ਕਰਕੇ ਕਿ ਮਨ ਦਾ ਟਿਕਾਊ ਤਨ ਕਰਕੇ ਅਸੀਂ ਗੁਰੂ ਦਰਬਾਰ 'ਚ ਬੈਠੇ ਹਾਂ, ਪਰ ਜੇ ਮਨ ਕਰਕੇ ਨਾ ਬੈਠੇ ਹੋਈਏ, ਸਮਝ 'ਚ ਵਿਚਾਰ 'ਚ ਕੁਝ ਨਹੀਂ ਪੈਣਾ। ਵਿਚਾਰ ਉਦੋਂ ਹੀ ਸਮਝ ਆਵੇਗੀ ਜਦੋਂ ਕੋਈ ਅਸੀਂ ਸੁਣ ਰਹੇ ਹਾਂ, ਚਾਹੇ ਅਸੀਂ ਕੀਰਤਨ ਸੁਣ ਰਹੇ ਹਾਂ, ਚਾਹੇ ਆਪ ਵੀ ਨਿਤਨੇਮ ਕਰਨ ਰਹੇ ਹਾਂ, ਜਾਂ ਕਥਾ ਦੇ ਰੂਪ ਦੇ ਵਿੱਚ ਵੀ ਅਸੀਂ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹਾਂ। ਤੇ ਗੱਲ ਮਨ ਦੀ ਟਿਕਾਊ ਦੀ ਆ ਕਿ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਮਨ ਕਿਸ ਤਰ੍ਹਾਂ ਜੁੜਨਾ, ਔਰ ਪਰਮਾਤਮਾ ਦੇ ਨਾਲ ਮਨ ਜੋੜਿਆ ਉਸ ਦੇ ਘਰ ਦੀ ਨਿਰੰਕਾਰ ਨਾਲ ਸਾਂਝ ਪੈਣੀ ਹੈ। ਕਿ ਜੇ ਮਨ ਹੀ ਨਾਲ ਜੁੜਿਆ, ਜੇ ਮਨ ਹੀ ਭਟਕਦਾ ਰਿਹਾ ਤੇ ਜੀਵਨ ਵਿਅਰਥ ਹੈ। ਕਈ ਭੇਖ ਕਰਦਾ ਮਨੁੱਖ, ਮਨ ਜੀ ਨੂੰ ਪ੍ਰਭੂ 'ਚ ਵਸਾਲ ਹੈ। ਇਸ ਤਰ੍ਹਾਂ ਆਪਣੇ ਮਨ ਵਿੱਚ ਆਤਮਿਕ ਆਨੰਦ ਤਾਂ ਬਣਦਾ ਜੇ ਮਨ ਟਿਕ ਗਿਆ। ਚੇਤੇ ਰੱਖ, ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਜਮਾਂ ਦਾ ਦੁੱਖ ਸਹਾਰਨਾ ਪਵੇਗਾ। ਪਰਮਾਤਮਾ ਦਾ ਨਾਮ ਭੁਲਾ ਕੇ ਜ਼ਿੰਦਗੀ ਨੂੰ ਤਬਾਹ ਕਰ ਲਏਗਾ। ਇੱਕ ਜ਼ਿੰਦਗੀ ਦੀ ਫੁਲਵਾੜੀ ਹੈ, ਜੇ ਚੰਗੇ ਗੁਣ ਬੀਜ ਲਵਾਂਗੇ ਇਹਦੇ 'ਚੋਂ ਮਹਿਕ ਆਵੇਗੀ, ਇਹਦੇ 'ਚੋਂ ਸੁਗੰਧੀ ਆਵੇਗੀ। ਜੇ ਚੰਗੇ ਗੁਣ ਨਾ ਬੀਜੇ, ਔਗਣ ਬੀਜ ਲਏ, ਤੇ ਇਹਦੇ 'ਚੋਂ ਦੁਰਗੰਧੀ ਪੈ ਜਾਣੀ। ਇਹ ਤੇ ਹੁਣ ਆਪਣੇ ਆਪ ਤੇ ਹੈ ਕਿ ਸਾਡਾ ਮਨ ਕੀ ਕਹਿੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੁੱਢ ਪਛਾਣ, ਆਪਣੇ ਮੁੱਢ ਨਾਲ ਜੁੜ, ਆਪਣੇ ਆਪ ਨੂੰ ਸਮਝ। ਮਨੁੱਖ ਪਾਰਖੂ ਹੈ, ਅੱਜ ਬਹੁਤ ਵੱਡਾ ਪਾਰਖੂ ਹੈ, ਤਕਨੀਕੀ ਯੁੱਗ ਹੈ। ਉੱਡਦੇ ਜਾਂਦੇ ਪੰਛੀ ਨੂੰ ਪਛਾਣਦਾ ਹੈ, ਤੁਰੇ ਜਾਂਦੇ ਪਸ਼ੂ ਨੂੰ ਪਛਾਣਦਾ, ਤੁਰੇ ਜਾਂਦੇ ਕਿਸੇ ਮਨੁੱਖ ਨੂੰ ਪਛਾਣ ਲੈਂਦਾ, ਔਰ ਇਸ ਗੱਲ ਦਾ ਵੀ ਬੜਾ ਗਰਵ ਕਰਦਾ, ਹੰਕਾਰ ਕਰਦਾ ਕਿ ਮੈਂ ਉੱਡਦਾ ਪੰਛੀ ਪਛਾਣ ਲੈਂਦਾ, ਪਸ਼ੂ ਪਛਾਣ ਲੈਂਦਾ, ਮਨੁੱਖ ਪਛਾਣ ਲੈਂਦਾ। ਪਾਰਖੂ ਹੈ, ਤਕਨੀਕੀ ਯੁੱਗ ਹੈ। ਤਕਨੀਕ ਨੇ ਕਾਢਾਂ ਕੱਢ ਦਿੱਤੀਆਂ ਨੇ, ਮਨੁੱਖ ਬਹੁਤ ਤਰੱਕੀ ਕਰ ਗਿਆ। ਪਰ ਜਿੰਨਾ ਚਿਰ ਆਪਣੇ ਆਪ ਨੂੰ ਨਾ ਪਛਾਣਿਆ, ਉਹਨਾਂ ਚਿਰ ਇਹ ਜੀਵਨ ਨਹੀਂ ਸਫਲ ਹੋਣਾ। ਜਿੰਨਾ ਚਿਰ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ, ਤੇ ਸਤਿਗੁਰੂ ਕਹਿੰਦੇ ਫਿਰ ਤੈਨੂੰ ਦੁੱਖ ਹੀ ਦੁੱਖ ਨੇ ਜੀਵਨ ਦੇ ਵਿੱਚ। ਤੇ ਪਰਮਾਤਮਾ ਦੇ ਨਾਮ ਨੂੰ ਪੱਲੇ ਬੰਨ੍ਹ ਲਿਆ ਤੇ ਤੈਨੂੰ ਦੁਨੀਆ ਦੇ ਸਹਾਰਿਆਂ ਦੀ ਵੀ ਲੋੜ ਨਹੀਂ, ਤੈਨੂੰ ਰੱਬ ਦਾ ਹੀ ਸਹਾਰਾ ਬਹੁਤ ਵੱਡਾ ਮਿਲ ਜਾਣਾ। ਔਰ ਇਹ ਰੱਬ ਦਾ ਸਹਾਰਾ, ਗੁਰੂ ਦਾ ਸਹਾਰਾ ਕਿੱਡਾ ਕੁ ਵੱਡਾ ਹੈ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਏਡਾ ਵੱਡਾ ਹੈ ਕਿ ਜਿੱਥੇ ਦੁਨੀਆ ਦੇ ਲੋਕ ਸਾਥ ਛੱਡ ਜਾਣ,
ਇਹ ਈ ਤੂਤ ਨਹੀਂ ਵਿਛੜਾ ਸੋ ਸੰਗੀ ਗਨੀਐ। ਇਹ ਏਡਾ ਕੁ ਸਹਾਰਾ ਹੈ ਵੀ ਇਕੱਲੇ ਲੋਕ ਦੀ ਗੱਲ ਨਹੀਂ, ਇਹ ਪਰਲੋਕ ਦੇ ਵਿੱਚ ਵੀ ਤੇਰਾ ਸਾਥੀ ਹੈ। ਇਹ ਇਕੱਲੇ ਲੋਕ 'ਚ ਹੀ ਤੇਰੀ ਬਾਂਹ ਨਹੀਂ ਫੜੇਗਾ, ਪਰਲੋਕ ਦੇ ਵਿੱਚ ਵੀ ਫੜੇਗਾ। ਪਰ ਪਰਮਾਤਮਾ ਦੇ ਨਾਮ ਨੂੰ ਵਿਸਾਰਨਾ, ਹਿਰਦੇ 'ਚ ਵਸਾ। ਜਦੋਂ ਵਿਸਾਰ ਦਿੱਤਾ, ਦੁੱਖਾਂ ਦਾ ਪਹਾੜ ਉਦੋਂ ਡਿੱਗਣਾ। ਜੇ ਪਰਮਾਤਮਾ ਦਾ ਨਾਮ ਕੋਲ ਹੋਇਆ ਤੇ ਦੁੱਖ ਦੁੱਖ ਹੀ ਨਹੀਂ ਰਹਿਣਾ, ਉਹ ਸੁੱਖ 'ਚ ਤਬਦੀਲ ਹੋ ਜਾਣਾ। ਜੇ ਪਰਮਾਤਮਾ ਦਾ ਨਾਮ ਨਾ ਕੋਲ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 52 ਬਚਨ ਨੇ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਫਿਰ ਤੇਰੇ ਤੇ ਕੋਈ ਮੁਸ਼ਕਲ ਵੀ ਬਣ ਜਾਵੇ, ਬਿਪਤਾ ਵੀ ਬਣ ਜਾਵੇ, ਦੁੱਖਾਂ ਦੇ ਪਹਾੜ ਵੀ ਟੁੱਟ ਜਾਣ, ਪਰ ਪਰਮਾਤਮਾ ਦੇ ਨਾਮ 'ਚ ਸਮਰੱਥ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਵਨ ਬਚਨ ਕਰਦੇ ਨੇ ਕਿ ਹਰ ਕੋ ਨਾਮ ਖਿਨ ਮਾਹੇ ਉਧਾਰੀ। ਖਿਨ ਮਾਤਰ 'ਚ ਉਸ ਦਾ ਹੱਲ ਹੈ। ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਸਭੋ ਭਜੈ ਆਸਰਾ ਚੂਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀ। ਜੇ ਪਰਮਾਤਮਾ ਦਾ ਨਾਮ ਹੈ ਫਿਰ ਪਰਮਾਤਮਾ ਤੱਤੀ ਵਾਹ ਨਹੀਂ ਲੱਗਣ ਦਿੰਦਾ। ਪਰ ਜੇ ਪਰਮਾਤਮਾ ਦੇ ਨਾਮ ਨੂੰ ਭੁੱਲ ਗਿਆ, ਕਿਉਂਕਿ ਜਿਹਨੇ ਜੀਵਨ ਦਿੱਤਾ ਉਹਨੂੰ ਹੀ ਭੁੱਲ ਗਿਆ, ਫਿਰ ਦੁੱਖ ਨੇ, ਫਿਰ ਕੋਈ ਛਡਾਉਣ ਵਾਲਾ ਵੀ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਬਚਨ ਤੁਸੀਂ ਸਰਵਣ ਕੀਤੇ ਹੈ। ਸਤਿਗੁਰੂ ਕਹਿੰਦੇ ਨਾਮ ਵਫਾਰ ਸਹਿ ਜਮ ਦੂਖ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਫਿਰ ਹਾਲਤ ਉਹ ਬਣ ਜਾਣੀ ਹੈ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਨਾਮ ਨੂੰ ਭੁੱਲ ਕੇ ਫਿਰ ਉਹ ਹਾਲਾਤ ਹੋ ਜਾਣੇ ਨੇ, ਉਹ ਜੀਵਨ 'ਚ ਹਾਲਾਤ ਪੈਦਾ ਕਰ ਲੈਣੇ ਨੇ ਕਿ ਜਿਵੇਂ ਭਿਆਨਕ ਰੋਗੀ ਨਾ ਮੁਰਾਦ ਬਿਮਾਰੀ ਨਾਲ ਵਿਲਕਦਾ ਹੈ। ਸਤਿਗੁਰੂ ਕਹਿੰਦੇ ਜਿਹੜੇ ਸਰੀਰ ਨਾਲੋਂ ਬਾਣੀ ਟੁੱਟ ਗਈ, ਪਰਮਾਤਮਾ ਦਾ ਨਾਮ ਟੁੱਟ ਗਿਆ, ਫਿਰ ਜਿੰਦ ਬਾਰ-ਬਾਰ ਤਪ ਤਪ ਖਪੈ ਬਹੁਤ ਬੇਕਾਰ, ਵਿਕਾਰਾਂ ਦੀ ਅਗਨ ਦੇ ਵਿੱਚ ਸੜ ਕੇ ਸੁਆਹ ਹੋ ਜਾਣੀ ਹੈ। ਇਹ ਜੀਵਨ ਹੈ, ਇਹਨੂੰ ਪਰਮਾਤਮਾ ਦੇ ਨਾਮ ਨਾਲ ਜੋੜ, ਉਸ ਦੀ ਇਬਾਦਤ ਕਰ, ਕਿਉਂਕਿ ਪਰਮਾਤਮਾ ਨੇ ਸਰੀਰ ਦਿੱਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਉਹ ਬੜਾ ਸਿਆਣਾ ਸੁਚੱਜਾ, ਜਿਹਨੇ ਤਨ ਦਿੱਤਾ ਹੈ, ਮਨ ਦਿੱਤਾ ਹੈ, ਧਨ ਦਿੱਤਾ ਹੈ, ਸਭ ਕੁਝ ਉਸੇ ਅਕਾਲ ਪੁਰਖ ਪਰਮਾਤਮਾ ਨੇ ਦਿੱਤਾ। ਸਤਿਗੁਰੂ ਬਚਨ ਕਰਦੇ ਨੇ ਵੀ ਇਕੱਲਾ ਤਨ ਨਹੀਂ ਦਿੱਤਾ, ਮਨ ਨਹੀਂ ਦਿੱਤਾ, ਧਨ ਨਹੀਂ ਦਿੱਤਾ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਤੇਰਾ ਦੁੱਖ ਵੀ ਤੇ ਸੁੱਖ ਵੀ ਪਰਮਾਤਮਾ ਨੇ ਸੁਣਨਾ, ਵਰਨਾ ਦੁਨੀਆ ਤੇ ਕੌਣ ਦੁੱਖ ਸੁੱਖ ਸੁਣਨ ਦਿਆ? ਕੋਈ ਹੈ ਇੱਥੇ ਦੁੱਖ ਸੁੱਖ ਸੁਣਨ ਵਾਲਾ? ਅੱਜ ਤੇ ਕਿਸੇ ਨੂੰ ਦੁੱਖ ਹੋਵੇ ਤੇ ਕੋਈ ਕਿਸੇ ਦੇ ਲਾਗੇ ਵੀ ਨਹੀਂ ਲੱਗ ਰਿਹਾ। ਪਰ ਜਦੋਂ ਪਰਮਾਤਮਾ ਨੇ ਜਿਹਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨੀਕੀ ਖਟਾਨੀ, ਜੀ ਕੀ ਏਕੈ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਪਰਮਾਤਮਾ ਦੇ ਨਾਲ ਜੁੜ, ਪਰਮਾਤਮਾ ਨੂੰ ਦੁੱਖ ਸੁੱਖ ਦਾ ਭਾਈਵਾਲ ਰੱਬ ਬਣਦਾ, ਦੁੱਖ ਸੁੱਖ ਦੀ ਭਾਈਵਾਲੀ ਪਰਮਾਤਮਾ ਕਰਦਾ ਜਦੋਂ ਉਹਦੇ ਚਰਨਾਂ 'ਚ ਜੁੜ ਕੇ ਅਰਦਾਸ ਕਰੇਗਾ, ਕਿਉਂਕਿ ਇਹ ਤਨ ਉਸ ਅਕਾਲ ਪੁਰਖ ਪਰਮਾਤਮਾ ਦਾ ਦਿੱਤਾ ਹੋਇਆ। ਜੀਓ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਉਹਨੇ ਪਿੰਡ ਸਰੀਰ ਦੀ ਬਣਤਰ ਬਣਾ ਦਿੱਤੀ ਹੈ, ਇਕੱਲੀ ਬਣਤਰ ਹੀ ਬਣਾਈ ਨਹੀਂ, ਉਹਨੇ ਖਾਣ ਨੂੰ ਵੀ ਦਿੱਤਾ ਹੈ, ਪਹਿਨਣ ਨੂੰ ਵੀ ਦਿੱਤਾ ਹੈ, ਹੰਡਾਉਣ ਨੂੰ ਵੀ ਦਿੱਤਾ ਹੈ, ਸੰਸਾਰਕ ਸੁੱਖ ਸਾਧਨ ਸਾਰੇ ਦਿੱਤੇ ਨੇ। ਤੇ ਫਿਰ ਕਿਉਂ ਉਹਨੂੰ ਵਿਸਾਰਨਾ? ਫਿਰ ਕਿਉਂ ਉਹਨੂੰ ਭੁੱਲਣਾ?
फिर तो उन्होंने चेते च वसा ना, क्योंकि गुरु ग्रंथ साहब महाराज के पावन बचन है, नाम तुल कशवर ना होए, ये बराबरता होर कोई नहीं। इनू चित्त च वसा। सतगुरु कृपा करते ने, हठ कर मरै ना लेखै पावै, वेस करे बहु भस्म लगावै। कहने लगे जे कोई मनुख मन का हठ करके, मन हठ करके धूणियां तपाउंदा, जटां वधाउंदा, शरीर ते सवाहां मल लैंदा रब की प्राप्ति वास्ते, वो एक मन का हठ है। हठ दो तरह का, मन का हठ करके मनुख भरमां च पै जांदा, कर्म कांडां च पै जांदा, वहमां नूं पाल लैंदा। वो मन का हठ गलत रस्ते लै जांदा, मनुख नूं गलत मार्ग चुन लैंदा। ते एक वो भी हठ है, तुसीं जीवन दे विच कोई कामयाबी कीती है, अनेकां औकड़ां रस्ते च आईयां ने, कोई कारोबार करदा है, अनेकां औकड़ां रस्ते च आउंदियां ने, पर उहदे हठ है, वो अंदर अपने हठ रखदा है कि मैं उस मंजिल नूं प्राप्त करके रहना। वो हठ है, उहदे जीवन का हठ है। फिर वो कहता कि मैं बड़ा ही हठ कीता ते मैं फलानी जगह ते पहुँच गया, पर मैनूं पहुँचण लग्या इत्थे बहुत रुकावटां पैदा होईयां ने। ये भी हठ है, एक मन का हठ है जिहड़ा मनुख करदा है, धूणियां तपाउंदा है, शरीरां ते सुआहां मल लैंदा है। गुरु नानक पातशाह जी ने जोगियां नूं ये गल कही सी कि जिस तरह तुसीं रब लभण की गल कर रहे हो, इस तरह रब नहीं मिलता। परिवारां च रह के रब मिलता है। धर्म किरत कीतियां परमात्मा की अपनी किरत कर, नाम जप, वंड छक, ये हठ कर। हाँ, जिहड़ा हठ परिवारां नूं छड्ड के जंगलां च जाके धूणियां तपाउणियां, शरीरां ते सुआहां मलनियां, जटां वधा लैणियां ते कहना रब मिलना, ये रब नहीं मिलता। जिस माँ बाप ने तुहानूं जन्म दिता, अज वक्त है उस माँ बाप की सेवा करना। अज वक्त ये नहीं कि उस माँ बाप नूं घर छड्ड के तो तुसीं जंगलां च फिरो ते हठ करो, ये नहीं, रब की प्राप्ति नहीं गी। हठ इतिहास दे विच हठ जिन्हां ने कीता, जिन्हां दा असीं जिगर अरदास दे विच करदे हां, पंजां प्यारियां चौहां साहिबजादे 40 मुक्तियां हठियां जपियां तपियां, जिन्हां नाम जपिया, वंड छकिया, वो भी हठियां, हठ करन वाले, वो भी तो हठ सी। सतगुरु कहते जिहड़ा हठ करना ना, वो किरत करके नाम जप के हठ कर। जिन्हां सवा सवा मन दे पीफने पीफे सन, बच्चियां दे टोटे गलां च हार पवाले, टोटे करवा के, ते उन्हां दा हठ की सी? उन्हां दा हठ यही सी कि सतगुरु जी 4 पैर दिन तेरे भाणे अंदर बतीत होया, रैन आई भाणे अंदर बतीत करी। ये हठ है। गुरु गोबिंद सिंह साहिब महाराज आनंदपुर का किला छड्डदे ने, परिवार विछड़ जाता है, चमकौर की गढ़ी दे विच 40 सिख ने, आपने सतगुरु 10 लाख की फौज है। हठ है कि एक बने 40 का टाकरा 10 लाख की फौज नाल होना है, ये किड्डा वड्डा हठ है। उस हठ का जिक्र तो गुरु साहिबां ने अरदास भी कर दिता कि जे जीवन च हठ ही करना है ना, तो फिर कर्म कांडा ना कर, कर्म कांडा नूं हठ ना समझ। हठ करना तो परमात्मा के नाम नाल जुड़ के कर, परमात्मा नाल जुड़ के कर। जदों परमात्मा नाल जुड़ के हठ करेगा, अपने जीवन की मंजिल नूं प्राप्त कर लवेगा। यही हठ है जीवन का। कोई भी मनुख अज कामयाबी प्राप्त करता है, कोई अपनी मंजिल नूं पहुँचता है, वो यही कहता है कि मेरे जीवन च बड़ियां रुकावटां आईयां ने, पर मेरे हठ ने मैनूं उत्थे पहुँचा दिता।
पर सतगुरु कहते जे तू अपने मन दा धूणियां तपा के सरीरक औख सहारदा है तो वह एक कष्ट सहारना समझ ली भी किसी गिणती विच गिणिया नहीं जाना। हाठ कर मरै ना लेखै पावै, वेस करै बहु भस्म लगावै। नाम विसार बहुर पछतावै। फिर पछतावा है जिंदगी च, फिर पछतावे तो बगैर होर कोई है ही नहीं। फिर तो यह है भी जिहड़ा जीवन मिलिया सी मैं हठ करके कर्म कांडां च ही गुजार दिता है, मैं वहमां च ही गुजार दिता है, भरमां च ही गुजार दिता है। और अज की जिहड़ी जीवन है ना, ये ज़्यादातर भरमां च ही उलझिया मनुख। असल मार्ग मन नूं जोड़न वाला मार्ग एक है, गुरु का शब्द। मन नूं तोड़न वाले रस्ते बहुत ने, मन नूं जोड़न वाला रस्ता एक है। मन नूं तोड़न वाले रस्ते ते तुसीं गुरु घरों बाहर जाओ, अनेकां मिल जांदे। ते सतगुरु कहंदे भरमे भूला तत ना जाना। जिहड़ा भरमां च भुल गया ना, वो जीवन के तत्त नूं नहीं समझ सकता, जीवन के निचोड़ नूं नहीं समझ सकता। ते समझ कौन सकता है? भरम भुलाया सदा सुख पाया, जिन्हें जीवन चों भरम कढ़ दिते। पर जिहड़ी अज जीवन की रफ्तार है, मैं एक विद्वान के वचन सुन रहा सा, वो कहंदा स्पीड सड़क ते जांदियां स्पीड ब्रेकर बने हुंदे आ। वो स्पीड ब्रेकर यही दसदे ने कि फलानी जगह ते गुरु घर है, किते मंदिर है, किते मस्जिद है, किते स्कूल है। ज़्यादातर तुसीं देखो सड़कों ते जाण लग्गियां स्कूलों लागे, गुरुद्वारा साहिब के नेड़े, मस्जिदां दे मंदिरां दे नेड़े वो स्पीड ब्रेकर बने हुंदे आ। वो स्पीड ब्रेकर यही दसदे आ कि तुसीं जिस भी कन्वेंस ते हो, जिस भी गड्डी ते हो, इत्थे आण के हौली कर लो, फिर पार कर लो। सड़क ते स्पीड ब्रेकर ने, स्पीड ब्रेकरां ते सड़क नहीं हुंदी। सड़क ते स्पीड ब्रेकर बने ने, स्पीड ब्रेकरां ते सड़क नहीं। पर जिहड़ी अज जीवन की रफ्तार है, ये स्पीड ब्रेकरां ते सड़क बन चुकी है। जिहड़े साडे जीवन की गड्डी है ना, ये स्पीड ब्रेकरां ते चलन रही है, क्योंकि असीं स्पीड ब्रेकर कर्म कांडां च भरमां च पै के बना लए। असीं रुत्तां ते भरम पाल लए, असीं थित्तां ते भरम पाल लए, असीं वारां ते भरम पाल लए, असीं महीनिਆਂ ते भरम पाल लए। किहड़ा दिन है जिहदे ते असीं भरम नहीं पालिया? हालांकि गुरु ग्रंथ साहब महाराज की बाणी कल्ली महीनिਆਂ ते नहीं भी असीं संगरांद वाले दिन ही गुरु घर आउणा, ये भी भरम है बहुत वड्डा। भी अज सौण है, अज हाड़ है, अज विसाख है, माघ है, फग्गण है, असीं इन्हां महीनिਆਂ ते बाणी नहीं। बाणी तो गुरु ग्रंथ साहब महाराज जी ऐतवार ते भी है, सोमवार ते भी है, मंगलवार ते भी है, बुधवार ते भी। बाणी वारां ते भी है, बाणी महीनिਆਂ ते भी है, बाणी तित्तां ते भी है। पर बाणी खंडन करदी है भरमां दा, सारे भरमां दा बाणी खंडन करदी है। महीनिਆਂ दा खंड, तुसीं महीनिਆਂ ते भरम आप ही पाल के बह गए हो, वारां ते भरम आप पाल के पै गए हो, रुत्तां ते भरम आप पाल के बह गए। हर रुत्त ते भरम असीं पालिया। ते सतगुरु कहंदे ने भी जे तू रुत्तां ते वारां ते थित्तां ते भरम पाल के बह गया अपने जीवन का, यही कहण दिया भी यही मेरा हठ है, यही मेरे जीवन का मनोरथ है। नहीं, तेरे जीवन का मनोरथ हठ कर्म कांडां च नहीं, तेरे जीवन का मनोरथ भरमां च नहीं। तेरे जीवन का मनोरथ यही है कि तू सच का रस्ता अपना के उस अकाल पुरख परमात्मा नाल जुड़। जिन्हें तेरे आउण तो पहला तेरे रिजक का प्रबंध किया। बचपन दे विच किहड़ा भरम सी सानू, बाल अवस्था दे विच किहड़ा भरम सी, ते ज्यों-ज्यों जीवन उम्र वधदी है मनुख उन्ना भरमां दे विच, उन्ना कर्म कांडां दे विच पै करके। पर खैर जिहड़े कर्म कांड ने, जिहड़े भरम ने, जिहड़े वहम पै गए ने, गुरु नानक पातशाह जी कह रहे ने कि आखिर इहदा पछोतावा ही है।
जे तू कवे ना भी ये जीवन च मैनू चंगे प्राप्ति गुण हो जाणगे, नहीं, नाम विसार बहुर पछतावा, फिर पछतावा। पर फिर पछतावा कीता की होवेगा? फिर तो कुछ भी नहीं मिलना। फिर तो भाई गुरदास साहब जी का बचन है, जैसे घर लाग गए आग जाग कूआ खोदो चाहे, कारज न सिद्ध होए रोए पछोताई है। भी घर नूं अग लगी होवे ते मनुख कवे भी पहला खूह पुट लवां फिर पानी कड्डां ते फिर अग बुझावां, उदों नूं ते घर सर के सुआह हो जाना। जदों नूं पानी कड्ढना खूह चों, उदों नहीं प्राप्ति होनी, उदों पछतावा ही है। चाहिदा तो यह है भी जे तैनूं पता है कि इत्थे साट सर्कट अग लगण दा प्रबंध हो सकदा है, ते तैनूं पानी दा पहलां ही प्रबंध कीता होना चाहिए। जे अग लगी तो पानी का प्रबंध किया तो जदों नूं पानी निकलना उदों नूं सड़ के सुआह हो जाना, फिर नहीं कुछ भी पल्ले पैना, फिर पछतावा ही है, फिर रोए पछोताई है, फिर पछतावा है। पर इस वक्त नूं पहलां संभालना जरूरी है, पहलां सामना जरूरी है। सतगुरु किरपा करते ने, चोआ चंदन अगर कपूर, माया मगन परम पद पूरा। तेरे कोल सोहने अतर चंदन वर्गे, केसर वर्गे, कपूर वर्गे अतर फलैल होण। अतर चंदन अगर कपूर आदਿਕ सुगंधियां वरतन विच तू मस्त है, माया दे मोह विच मस्त है, संसारक मोह विच मस्त है, पर ये दुनियावी ने। इन्हां विच जिन्हां च तू मस्त है ना, ये उच्ची आत्मक अवस्था तो बहुत दूर ने, बहुत दूर, परमात्मा के नेड़े तेड़े नहीं, परमात्मा के कोल भी नहीं। माया मगन परम पद दूर, माया दे विच मगन है, संसारक मोह जाल दे विच मगन है, मस्त है। तो सतगुरु फिर नाम की ही वडियाई करते हैं, परमात्मा के नाम की ही शोभा करते हैं भी नाम बसारे सब कूड़ो कूड़। फिर कूड़ है, दुनिया दियां सुगंधियां, दुनिया के अतर, केसर वर्गे, चंदन वर्गे, जिन्हां दा तू लेपन दे विच मस्त है, माया मोह दे जाल विच मस्त है। पर जे कोल परमात्मा का नाम नहीं तो सब कूड़ है। तो गुरु ग्रंथ साहब महाराज जी के पावन बचन भी ने भी सब कूड़ है, कूड़ राजा, कूड़ प्रजा, कूड़ सब संसार, कूड़ कूड़ा नेह लगा, विसरिया करतार। फिर तेरा एक कूड़ दे नाल ज़्यादा संबंध है, तो विसरिया करतार, परमात्मा भुलिया, रब भुलिया। तो सतगुरु किरपा करते हैं भी नाम विसारिया सब कूड़ो कूड़। फिर नाम विसारिया दिना तो उस अकाल पुरख परमात्मा के नाम की सिफत सलाह नहीं, तो जिहड़े जीवन दियां सुगंधियां च तू फसिया होया ना, ये कूड़ ही, इहदा एक दिन पछतावा है। नेजे वाजे तख्त सलाम, अद की तृष्णा व्यापै काम। कहने लगे जे कोई मनुख राजा भी बन जावे, लाहो लश्कर भी तेरे नाल होवे, जे जुग चारे आरजा होर दसूणी होए, नवां खंडा विच जाणिए नाल चलै सब कोई। चंगा नाउं रखाए कै जस कीरत जग ले, जे तिस नज़र ना आवई तां बात ना पुछै कि। तैनूं नौ खंडां दे लोक जाणदे होण, सृष्टि दा राजा भी होवे, लाहो लश्कर तेरे नाल चले, एक नूं आवाज मारे 10 चलन, सब बोल बाला होवे तेरे नाल होवे,
पर जे तेरे को परमात्मा का नाम नहीं ना, तो एक दिन वो आवेगा भी तेरी किसी ने बात भी नहीं पूछनी। तेरे को सब कुछ है परमात्मा का दिता होया, सब कुछ परमात्मा का दिता होया, पर एक गल समझी भी जिहड़े लाहो लश्कर तेरे नाल अज ने, अंत वेले भी इन्हां तेरा साथ नहीं देना। कोई जाना कम नहीं है जग मीत, कौन जानता भी इस संसार दे विच कौन मित्र है, कौन मेरा सका है, किहड़ा मेरा संबंधी है। कोई जाना कम नहीं है जग मीत, जिस होए कृपाल सोई बिद बूझै ताकि निर्मल रीत। जिहदे ते अकाल पुरख परमात्मा कृपा कर देवे, और परमात्मा तो बगैर कोई साथी नहीं, सब छड्ड जांदे ने। यह कुटुंब तू जे देखदा चलै ना ही तेरा नाले। गुरु अमरदास महाराज जिन्हां दा कल ही असीं प्रकाश गुरपुरब मना के हटे हैं, वो कहंदे इन्हां भी नाल नहीं हो जाना। यह कुटुंब तू जे देखदा चलै ना ही तेरा नाले, साथ तेरा चलै ना ही, तिस नाल क्यों चित लाईए। साथ इन्ना भी नहीं देना, तो जिहड़े लाहो लश्कर ने साथ देणगे, तेरे पिछे जिहड़े घूम रहे ने साथ देणगे नहीं। साथ उस अकाल पुरख परमात्मा जिन्हें ईत ऊत नहीं विछड़ा, सो संगी बणीए, जिहड़ा लोक दे विच भी ते परलोक दे विच भी तेरी सहायता करेगा, जिहड़ा लोक दे विच भी ते परलोक दे विच भी तेरी बांह फड़ेगा। इत्थे कीते हुए कर्म तेरे नाल जाणगे। यही परमात्मा का नाम है। सतगुरु कृपा करते हैं भी जे अज तेरे को सलाहो लश्कर है, अदकी तृष्णा व्यापै काम, तृष्णा वर्गी अग, काम वर्गी अगन दे विच तू मस्त है। तृष्णा विरले की ही बूझी है। तृष्णा मत सोचो, एक तृष्णा ही ऐसा रोग है जिहड़ा बचपन तो लैके बुढ़ेपे तक नाल निभदा। ज्यों ज्यों मनुख वड्डा हुंदा त्यों त्यों तृष्णा वडेरी हुंदी है। ते तृष्णा साडी एक आस है मनुख दे अंदर, तृष्णा वध जाती है। और विद्वानां दा मनना है कि मनुख रोटी तो बगैर कोई 24 घंटे 48 घंटे कढ़ सकदा, पानी तो बगैर कोई 24 घंटे 20 घंटे कढ़ सकदा, पर आस तो बगैर मनुख 1 मिनट नहीं कढ़ सकदा। हर वेले मन च आस रहिंदी है, हर वेले मन च फुरने रहिंदे ने। और जदों आस रहिंदी है, आस पूरी नहीं हुंदी ते निराशता पल्ले पैंदी है। ते निराशता दे विचों ही चिंता वर्गे रोग, वो तृष्णा वधदी जांदी है, होर वधदी जांदी है, होर वधदी जांदी है। तृष्णा इन्नी क वध गई है कि मनुख दा घर ही नहीं भरदा। पर तृष्णा बुझाउण वाला घर एक ही है, जिहदे घरों मंगी जाओ मिल ही जांदा। इत्थे जिन्नी वारी अरदास कर लो परमात्मा सुणदा, जिन्नी वारी कर लो सुणदा। और सुणदा ना कि शुरू तो सुणदा ही आया भी आ मिल जे, जदों मिल गया फिर अगों तृष्णा, फिर उहदे तो अगे, फिर उहदे तो अगे। पर यही एक घर है जिहड़ा तैनूं ये गल कहेगा कि तूं क्यों बार बार आउण डिया। वरना दूसरे घर कोई भी होवेगा, तुहानूं एक दिन जरूर ठोकर वजेगी। मैं एक विद्वान के बचन सुन रहा था भी कथा की, वो कथा करके गुरुद्वारा साहब के बाहर गए तो प्रेमी सज्जन मिल गए डॉक्टर भाई वीर सिंह साहब जी ने, विद्वान सन। डॉक्टर भाई वीर सिंह जी कथा करके जदों बाहर गए तो उन्होंने कोई प्रेमी सज्जन मिल गए, कहने लगे भाई साहब जी घर आयो, बड़े मन च शरधा भी तुसीं साडे घर आओ, असीं सेवा करनी है। डॉक्टर साहब कहते भी मैं किसी के घर नहीं जाता ज़्यादातर, चलो मैं क्या इन्हां दी भावना तो वेखीए भी की है। 5-7 दिनों बाद उन्हें प्रोग्राम बना लिया, घर चले गए, उन्हें दरवाजे ते जाके खड़काया तो आओ भगत बहुत
ਜ਼ੋਰ ਸ਼ੋਰ ਨਾਲ, ਧੰਨ ਭਾਗ ਜੀ ਤੁਸੀਂ ਆਏ ਹੋ, ਸਾਡੇ ਘਰ ਪਵਿੱਤਰ ਕਰਤੇ, ਚਰਨ ਪਾਏ ਨੇ, ਜਲ ਪਾਣੀ ਵੀ ਛਕਾਇਆ। ਜਦੋਂ ਜਲ ਪਾਣੀ ਛਕ ਲਿਆ ਤੇ ਭਾਈ ਸਾਹਿਬ ਚੱਲਣ ਲੱਗੇ ਤੇ ਭਾਈ ਸਾਹਿਬ ਨੇ ਕਿਹਾ ਵੀ ਮੈਂ ਰਸਤੇ 'ਚ ਆਉਣ ਡਿਆ ਸਾਂ, ਮੇਰਾ ਜੇਬ ਕੱਟੀ ਗਈ ਹੈ, ਬਟਵਾ ਪਰਸ ਡਿੱਗ ਪਿਆ, ਮੇਰੇ ਕੋਲ ਜਾਣ ਵਾਸਤੇ ਕਿਰਾਇਆ ਨਹੀਂ, ਮੈਨੂੰ 50 ਰੁਪਏ ਦੇ ਦਿਓ ਮੈਂ ਜਾ ਸਕਾਂ। ਕਹਿੰਦਾ ਨਹੀਂ। ਉਹਨਾਂ ਕਿਹਾ ਜੀ ਧੰਨ ਭਾਗ ਕੋਈ ਗੱਲ ਹੀ ਨਹੀਂ, ਤੁਹਾਡੀ ਮਾਇਆ, ਤੁਹਾਡਾ ਘਰ ਹੈ। ਬੜੇ ਵਧਾ ਚੜਾ ਕੇ ਉਹਨਾਂ ਲਫ਼ਜ਼ ਬੋਲੇ ਔਰ ਉਹ 50 ਰੁਪਏ ਲੈ ਕੇ ਤੁਰ ਪਏ। ਕਹਿੰਦੇ ਥੋੜ੍ਹੇ ਦਿਨ ਹੋਏ, ਉਹਨਾਂ ਵਕਤਾਂ 'ਚ 50 ਰੁਪਇਆਂ ਦੀ ਕੀਮਤ ਸੀ, ਬੜੇ ਮਹਿਨੇ ਰਖਾਉਂਦੇ ਸਨ 50 ਰੁਪਏ। ਕਹਿੰਦਾ ਮੈਂ ਜਿਹੜੀ ਗੱਲ ਨੂੰ ਸਮਝਣਾ ਸੀ ਉਹ ਹੀ ਸਮਝ ਸਕਿਆ ਵੀ ਇਸ ਗੱਲੋਂ ਇੱਕ ਰਿਜ਼ਲਟ ਲੈਣਾ ਕਿ ਕੀ ਰਿਜ਼ਲਟ ਹੈ। ਕਹਿੰਦਾ ਮੈਂ 50 ਰੁਪਏ ਲੈ ਕੇ ਘਰ ਨੂੰ ਚੱਲ ਪਿਆ। ਥੋੜ੍ਹੇ ਦਿਨ 5-7 ਦਿਨ ਫੇਰ ਲੰਘੇ ਤੇ ਫਿਰ ਮੈਂ ਉਸੇ ਘਰ ਹੀ ਗਿਆ ਤੇ ਫਿਰ ਉਹਨਾਂ ਬੂਹਾ ਖੋਲ੍ਹਿਆ, ਸੇਵਾ ਪਾਣੀ ਕੀਤੀ, ਪਰ ਜਿੰਨੀ ਪਹਿਲੇ ਦਿਨ ਕੀਤੀ ਉਹਦੇ ਨਾਲ ਘੱਟ, ਲਫ਼ਜ਼ ਵੀ ਉਹਦੇ ਨਾਲ ਥੋੜ੍ਹੇ ਜਿਹੇ ਘਟਾਲੇ। ਤੇ ਕਹਿਣ ਲੱਗੇ ਮੈਂ ਇਹ ਗੱਲ ਕਹੀ ਕਿ ਮੇਰੀ ਜੇਬ ਕੱਟੀ ਗਈ ਹੈ ਤੇ ਮੈਨੂੰ 50 ਰੁਪਇਆਂ ਦੀ ਲੋੜ ਆ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਆ ਲਓ, ਦੇ ਦਿੱਤੀ। ਕਹਿੰਦਾ ਤੀਜੀ ਵਾਰ ਮੈਂ ਫੇਰ ਚਲੇ ਗਿਆ ਤੇ ਬੈਲਾਂ ਮਾਰੀਆਂ, ਬੜੀਆਂ 2-3 ਬੈਲਾਂ ਮਾਰੀਆਂ, ਫਿਰ ਦਰਵਾਜ਼ਾ ਖੋਲ੍ਹਿਆ ਤੇ ਫਿਰ ਮੈਂ ਜਾ ਕੇ ਇਹੀ ਗੱਲ ਕਹੀ ਕਿ ਮੈਨੂੰ 50 ਰੁਪਇਆਂ ਦੀ ਲੋੜ ਹੈ। ਕਹਿੰਦਾ ਫਿਰ ਕੁਝ ਉਹਨਾਂ ਚਾਹ ਪਾਣੀ ਨਹੀਂ ਪੁੱਛਿਆ ਤੇ ਲਫ਼ਜ਼ ਤੇ ਬਿਲਕੁਲ ਹੀ ਘਟ ਗਏ, ਪਰ ਦੇ ਦਿੱਤੇ, ਚੁੱਪ ਕਰਕੇ ਹੀ ਦੇ ਦਿੱਤੇ। ਕਹਿੰਦਾ ਮੈਂ ਚੌਥੀ ਵਾਰੀ ਵੀ ਚੱਲ ਗਿਆ, ਫਿਰ ਉਹਨਾਂ ਕੋਠੇ ਦੀ ਛੱਤ ਥਾਣੀ ਵੇਖਿਆ ਵੀ ਬਾਹਰ ਕੌਣ ਆ, ਤੇ ਫਿਰ ਨਹੀਂ ਗੇਟ ਖੋਲ੍ਹਿਆ। ਕਿਉਂਕਿ ਜਦੋਂ ਤੁਸੀਂ ਕਿਸੇ ਮਨੁੱਖ ਕੋਲੋਂ ਮੰਗੋਗੇ ਨਾ, ਤੀਜੀ ਵਾਰ ਚੌਥੀ ਵਾਰੀ ਗੇਟ ਬੰਦ ਹੋ ਜਾਣਗੇ। ਇੱਕ ਇਹ ਹੀ ਘਰ ਹੈ ਜਿੱਥੇ ਕਦੇ ਗੇਟ ਨਹੀਂ ਬੰਦ ਹੋਣਾ। ਭਾਵੇਂ ਦਿਹਾੜੀ 'ਚ 1 ਵਾਰੀ ਆਣ ਕੇ ਮੰਗੋ ਤੇ ਭਾਵੇਂ 10 ਵਾਰੀ ਆਣ ਕੇ ਮੰਗੋ ਤੇ ਭਾਵੇਂ 5 ਵਾਰੀ ਮੰਗੋ, ਕਦੇ ਇੱਥੇ ਗੇਟ ਨਹੀਂ ਬੰਦ ਹੋਣਾ। ਤੁਹਾਡੀ ਤ੍ਰਿਸ਼ਨਾ ਦੀ ਪੂਰਤੀ ਇੱਥੋਂ ਹੀ ਹੋਣੀ ਹੈ, ਕਿਉਂਕਿ ਮਨੁੱਖ ਦਾ ਸਹਾਰਾ ਨਹੀਂ, ਮਨੁੱਖ ਦਾ ਦੁੱਖ ਨਹੀਂ ਸੁਣਦਾ, ਮਨੁੱਖ ਦੀ ਬਾਂਹ ਨਹੀਂ ਫੜਦਾ, ਰੱਬ ਫੜਦਾ। ਤੇ ਫਿਰ ਇਸੇ ਕਰਕੇ ਇਹੀ ਅਰਦਾਸ ਕਰਨੀ, 3 ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨੀਕੀ ਖਟਾਨੀ। ਜਦੋਂ ਅਰਦਾਸ ਅਕਾਲ ਪੁਰਖ ਪਰਮਾਤਮਾ ਨੂੰ ਦੱਸਾਂਗੇ ਨਾ, ਫਿਰ ਹੀ ਰੱਬ ਬਾਂਹ ਫੜਦਾ। ਨੀਕੀ ਦਾ ਭਾਵ ਸਥਿਰ ਚੰਗੀ, ਫਿਰ ਹੀ ਹਾਲਤ ਚੰਗੀ ਹੈ, ਫਿਰ ਹੀ ਅਕਾਲ ਪੁਰਖ ਪਰਮਾਤਮਾ ਬਾਂਹ ਫੜਦੇ ਆ। ਸਤਿਗੁਰੂ ਕਿਰਪਾ ਕਰਦੇ ਨੇ, ਬਿਨ ਹਰ ਜਾਚੇ ਭਗਤ ਨਾ ਨਾਮ। ਕਹਿਣ ਲੱਗੇ ਫਿਰ ਪਰਮਾਤਮਾ ਦੀ ਜਦੋਂ ਤ੍ਰਿਸ਼ਨਾ ਵਾਸ਼ਨਾ ਜ਼ੋਰ ਪਾ ਲੈਂਦੀ ਹੈ, ਆਤਮਿਕ ਸੁੱਖ ਨਹੀਂ, ਸੁੱਖ ਹੈ ਕੇਵਲ ਪ੍ਰਭੂ ਦੇ ਨਾਮ ਵਿੱਚ, ਭਗਤੀ ਵਿੱਚ, ਬੰਦਗੀ ਵਿੱਚ। ਜੇ ਬੰਦਗੀ ਕਰੇਗਾ ਤੇ ਬੇਬੰਦਗੀ, ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ। ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਬੰਦਗੀ ਜ਼ਰੂਰੀ ਹੈ, ਬੇਬੰਦਗੀ ਨਹੀਂ। ਪਰਮਾਤਮਾ ਦੀ ਬੰਦਗੀ ਕਰ, ਉਸ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾਰ, ਆਪਣੇ ਹਿਰਦੇ 'ਚ ਸਮਾ, ਆਪਣੇ ਚਿੱਤ ਦੇ ਨਾਲ ਜੋੜ ਅਕਾਲ ਪੁਰਖ ਪਰਮਾਤਮਾ ਨੂੰ। ਫਿਰ ਦਰ ਤੋਂ ਮੰਗਣ ਤੋਂ ਨਾ ਭਗਤੀ ਮਿਲਦੀ ਤੇ ਨਾ ਨਾਮ ਮਿਲਦਾ। ਪਰਮਾਤਮਾ ਦੇ ਨਾਮ ਤੋਂ ਹੀ, ਦਰ ਤੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਵਾਦ ਹੰਕਾਰ ਨਾਹੀਂ ਪ੍ਰਭ ਮੇਲਾ, ਮਨ ਦੇ ਪਾਵੈ ਨਾਮ ਸੁਹੇਲਾ। ਫਿਰ ਜਿਹੜਾ ਤੇਰੇ ਅੰਦਰ ਹੰਕਾਰ ਹੈ, ਤ੍ਰਿਸ਼ਨਾ ਵੱਧਦੀ ਹੈ, ਇਹ ਖਤਮ ਹੋ ਜਾਵੇਗੀ। ਵਿਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ 'ਚ ਪਿਆ, ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ। ਮਨ ਦੇ ਪਾਵੈ ਨਾਮ ਸੁਹੇਲਾ, ਮਨ ਦੇ ਪਾਉਣ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜੀਵਨ ਸੁਹੇਲਾ ਬਣਦਾ। ਜੀਵਨ 'ਚ ਚੰਗੇ ਗੁਣ ਆਉਂਦੇ ਆ, ਔਗੁਣਾਂ ਦਾ ਨਾਸ ਹੁੰਦਾ। ਦੂਜਾ ਭਾਏ ਅਗਿਆਨ ਦੁਹੇਲਾ। ਫਿਰ ਅਗਿਆਨ ਦੇ ਵਿੱਚ ਮਨੁੱਖ ਆਪਣੇ ਜੀਵਨ ਨੂੰ ਤਬਾਹ ਕਰ ਲੈਂਦਾ। 2 ਤਰ੍ਹਾਂ ਦਾ ਗਿਆਨ ਹੈ, ਅੰਦਰ ਦਾ ਗਿਆਨ ਹੈ, ਬਾਹਰ ਦਾ ਗਿਆਨ ਹੈ, ਬ੍ਰਹਮ ਦਾ ਗਿਆਨ ਹੈ, ਭਰਮ ਦਾ ਗਿਆਨ ਹੈ। ਪਰ ਫਿਦਰਤ ਹੈ ਸੰਸਾਰ ਦੀ, ਜਿਹੜਾ ਭਰਮ ਦੇ ਗਿਆਨ ਵਿੱਚ ਪਿਆ ਉਹ ਵੀ ਕਹੀ ਜਾਂਦਾ ਕਿ ਮੈਨੂੰ ਬ੍ਰਹਮ ਦਾ ਗਿਆਨ ਹੈ। ਜਿਹੜਾ ਅਗਿਆਨਤਾ ਦੇ ਵਿੱਚ ਡੁੱਬਾ ਹੈ ਉਹ ਸਭ ਤੋਂ ਜ਼ਿਆਦਾ ਜ਼ੋਰ ਲਾ ਰਿਹਾ ਕਿ ਗਿਆਨੀ ਮੈਂ ਵਾਂ।
ਭਰਮਾਂ ਦੇ ਵਿੱਚ ਜਿਹੜਾ ਪਿਆ ਗਿਆਨ ਹੈ, ਇਹੀ ਤਬਾਹੀ ਦਾ ਕਾਰਨ ਹੈ। ਪਰ ਸਤਿਗੁਰੂ ਕਿਰਪਾ ਕਰਨ, ਅਗਿਆਨ ਪ੍ਰਭੂ ਨੂੰ ਵਿਸਾਰ ਕੇ ਹੋਰ ਪਿਆਰਾਂ ਵਿੱਚ ਰਿਹਾ, ਇਹ ਦੁਖਦਾਈ ਅਗਿਆਨ ਹੈ ਤੇ ਦੁਖਦਾਈ ਹੀ ਵਧੇਗਾ। ਸੁੱਖਾਂ ਦਾ ਸੋਮਾ ਪ੍ਰਭੂ ਨਾਮ ਦਾ ਪ੍ਰਾਪਤੀ ਕਰੇਗਾ। ਹੰਕਾਰ ਗਵਾ ਕੇ ਹੀ, ਆਪਣੇ ਮਨ ਦੇ ਕੇ, ਮਨ ਨੂੰ ਅਕਾਲ ਪੁਰਖ ਪਰਮਾਤਮਾ ਨਾਲ ਆਪਾ ਭਾਵ ਤਿਆਗ ਕੇ, ਫਿਰ ਤੇਰੇ ਜੀਵਨ ਦਾ ਲਕਸ਼ ਇਹੀ ਹੋਵੇ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਆਪਾਂ ਕੁਛ ਨਹੀਂ ਜਨਾਉਣਾ, ਆਪਾ ਤਿਆਗ, ਹਰ ਹਰ ਨਾਮ ਹਿਰਦੈ ਸਦ ਗਾਵੈ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਮਨ ਨੂੰ ਅਕਾਲ ਪੁਰਖ ਪਰਮਾਤਮਾ ਦੇ ਅਰਪਣ ਕਰ, ਸਮਰਪਣ ਕਰ, ਤੇ ਸਤਿਗੁਰੂ ਕਹਿੰਦੇ ਤਿਸ ਸੇਵਕ ਕੇ ਕਾਰਜ ਰਾਸ, ਫਿਰ ਹੀ ਤੇਰੇ ਕਾਰਜ ਰਾਸ ਹੋਣੇ। ਸਤਿਗੁਰੂ ਕਿਰਪਾ ਕਰਨ। ਪਾਵਨ ਸ਼ਬਦ ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਉਹਨਾਂ ਦੀ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਨੇ, ਗੁਰੂ ਸੰਗਤ ਬਖਸ਼ਣ ਜੋਗਿਆ। ਹੋਈਆਂ ਭੁੱਲਾਂ ਦੀ ਮੁਆਫੀ, ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ, ਪਾਵਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਵਨ ਬਾਰਗਾਹ 'ਚ ਬੈਠ ਕਰਕੇ ਆਪ ਸਰਬੱਤ ਸੰਗਤ ਨਾਲ ਸ਼ਬਦ ਦੀ ਵਿਚਾਰ ਸਾਂਝ ਪਾ ਸਕਿਆ। ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ